ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਰੇ ਘਰ ਪਹਿਲਾ। ਪਹਿਲੇ ਪਹਿਰੇ ਰੈਣ ਕੈ ਵਣਜਾਰੇ ਅਮਿਤਰਾ। ਹੁਕਮ ਭਇਆ ਗਰਬਾਸ। ਉਰਦ ਤਪ ਅੰਤਰ ਕਰੇ ਵਣਜਾਰੇ ਅਮਿਤਰਾ। ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੈ। ਉਰਦ ਧਿਆਨ ਲਿਵ ਲਾਗਾ। ਨਾਮ ਯਾਦ ਆਇਆ ਕਲ ਭੀਤਰ। ਮੋੜ ਜਸੀ ਨਾਗਾ। ਜੈਸੀ ਕਲਮ ਬੁੜੀ ਹੈ ਮਸਤਕ। ਤੈਸੀ ਜੀਅੜ ਪਾਸ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ। ਹੁਕਮ ਭਇਆ ਗਰਬਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਇਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸ੍ਰੀ ਰਾਗ ਦੇ ਅੰਗ 74 ਉੱਪਰ ਸੁਭਾਇਮਾਨ ਹੈ। ਉਥਾਨਕਾ ਮੁਤਾਬਕ ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਦਾਸੀਆਂ ਲਾਉਂਦਿਆਂ ਹੋਇਆਂ, ਸੰਸਾਰ ਦਾ ਭਰਮਣ ਕਰਦਿਆਂ ਹੋਇਆਂ, ਕਸ਼ਮੀਰ ਦਾ ਇਲਾਕਾ ਜਿਸ ਦੇ ਵਿੱਚ ਇੱਕ ਜਾਮਾਵੰਤ ਦੀ ਗੁਫਾ ਹੈ, ਜਿਸ ਨੂੰ ਅੱਜ ਕੱਲ੍ਹ ਅਸੀਂ ਜੰਮੂ ਸ਼ਹਿਰ ਕਹਿੰਦੇ ਹਾਂ। ਇਹ ਜੰਮੂ ਇਸੇ ਜਾਮਾਵੰਤ ਦੀ ਗੁਫਾ ਤੋਂ ਆਰੰਭ ਹੋਇਆ, ਵਸੋਂ ਸ਼ੁਰੂ ਹੋਈ, ਫਿਰ ਅੱਗੇ ਤੋਂ ਅੱਗੇ ਸ਼ਹਿਰ ਵਸਦਾ ਗਿਆ। ਔਰ ਇਹ ਸ਼ਹਿਰ ਦੇ ਵਿੱਚ ਵਣਜਾਰੇ ਬਹੁਤ ਵਸਦੇ ਸਨ। ਵਣਜਾਰਿਆਂ ਦਾ ਨਗਰ ਹੈ, ਜਿਨ੍ਹਾਂ ਵਿੱਚ ਟਾਂਡੇ ਨਾਮ ਦੇ ਨਗਰ ਹੈ। ਟਾਂਡੇ ਨਾਮ ਦਾ ਜੋ ਨਗਰ ਹੈ, ਇਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਪਹੁੰਚੇ ਤੇ ਨਗਰ ਦੇ ਬਾਹਰ ਇੱਕ ਬਾਗ ਸੀ, ਉੱਥੇ ਵਿਰਾਜਮਾਨ ਹੋ ਗਏ। ਔਰ ਜਿਹੜਾ ਇਹਨਾਂ ਵਣਜਾਰਿਆਂ ਦਾ ਰਾਜਾ ਸੀ, ਮੁਖੀ ਸੀ ਵੱਡਾ, ਉਹਦੇ ਕਾਫੀ ਲੰਬੇ ਸਮੇਂ ਤੋਂ ਲੈ ਕੇ ਬੱਚਾ ਨਹੀਂ ਸੀ ਹੋਇਆ। ਕਾਫੀ ਸਮੇਂ ਬਾਅਦ ਇਹਨਾਂ ਦੇ ਘਰ ਬੱਚਾ ਹੋਇਆ, ਪੁੱਤਰ ਹੋਇਆ। ਤੇ ਪੁੱਤਰ ਦੇ ਜੰਮਣ ਦੀ ਖੁਸ਼ੀ ਵਿੱਚ ਵਣਜਾਰਿਆਂ ਨੇ ਖੁਸ਼ੀਆਂ ਮਨਾਉਣੀਆਂ ਸ਼ੁਰੂ ਕੀਤੀਆਂ। ਵਧਾਈਆਂ ਵੰਡੀਆਂ ਗਈਆਂ।
ਜਿਹੜੇ ਵਧਾਈਆਂ ਦੇਣ ਆਉਂਦੇ ਉਹਨਾਂ ਨੂੰ ਤੋਲ ਤੋਲ ਕੇ 2.5 ਸੇਰ ਮਠਿਆਈ ਦਿੱਤੀ ਜਾਂਦੀ। ਖੁਸ਼ੀ ਵਿੱਚ ਇਹਨਾਂ ਲੋਕਾਂ ਨੇ ਸ਼ਰਾਬਾਂ ਵੀ ਪੀਤੀਆਂ, ਸ਼ਰਾਬਾਂ ਦੇ ਦੌਰ ਚੱਲੇ। ਤਾਂ ਗੁਰੂ ਪਿਆਰਿਓ, ਪਰ ਕਿਸੇ ਨੇ ਵੀ ਆ ਕੇ ਧੰਨ ਗੁਰੂ ਨਾਨਕ ਦੇਵ ਜੀ ਹੋਰਾਂ ਨੂੰ ਨਹੀਂ ਕਿਹਾ ਕਿ ਮਹਾਂਪੁਰਸ਼ੋ ਤੁਸੀਂ ਵੀ ਚੱਲ ਕੇ ਪ੍ਰਸ਼ਾਦਾ ਪਾਣੀ ਛਕ ਲਓ। ਭਾਈ ਮਰਦਾਨਾ ਬੜਾ ਹੈਰਾਨ ਹੋਇਆ ਕਿ ਕਿਹੋ ਜਿਹੇ ਲੋਕ ਹਨ ਜਿਨ੍ਹਾਂ ਨੇ ਇੱਕ ਵਾਰੀ ਵੀ ਆ ਕੇ ਸਾਨੂੰ ਭਾਵ ਫਕੀਰਾਂ ਨੂੰ ਕੁਝ ਪੁੱਛਿਆ ਨਹੀਂ ਜਲ ਪਾਣੀ। ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਇਹਨਾਂ ਦੇ ਘਰ ਪੁੱਤਰ ਹੋਏ ਆ, ਸ਼ਰਾਬਾਂ ਮਾਸ਼ਾਂ ਦੇ ਦੌਰ ਚੱਲੀ ਜਾਂਦੇ ਆ, ਮਠਿਆਈਆਂ ਵੰਡੀ ਜਾਂਦੇ ਆ, ਪਰ ਸਾਨੂੰ ਕਿਸੇ ਨੇ ਪੁੱਛਿਆ ਨਹੀਂ। ਤਾਂ ਗੁਰੂ ਨਾਨਕ ਸਾਹਿਬ ਨੂੰ ਕੁਝ ਪਦਾਰਥ ਛਕਾਉਣ ਦੀ ਇੱਛਾ ਹੁੰਦੀ ਤੇ ਆਪਣੀ ਭੁੱਖ ਦਾ ਬਹਾਨਾ ਬਣਾ ਲੈਂਦਾ। ਇਹ ਦੇਖ ਕਰਕੇ ਮਰਦਾਨੇ ਨੇ ਇੱਥੇ ਵੀ ਉਹੀ ਬੇਨਤੀ ਕੀਤੀ ਪਾਤਸ਼ਾਹ ਨੂੰ। ਕਹਿਣ ਲੱਗੇ ਮਹਾਰਾਜ ਇਹ ਕਿੰਨੇ ਖੁਸ਼ੀਆਂ ਮਨਾ ਰਹੇ ਐ। ਹਾਂ ਮਰਦਾਨੇ ਆ, ਇਹਨਾਂ ਦੇ ਘਰ ਪੁੱਤਰ ਹੋਇਆ ਤੇ ਮਹਾਰਾਜ ਮਠਿਆਈ ਵੰਡੀ ਜਾਂਦੀ ਆ, ਮੈਂ ਵੀ ਲਿਆਵਾਂ ਖਾਣ ਵਾਸਤੇ, ਭੁੱਖ ਲੱਗੀ ਆ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆਂ ਨਿਰੰਕਾਰ ਤੇ ਭਰੋਸਾ ਰੱਖ। ਪਰ ਮਰਦਾਨਾ ਵਾਰ-ਵਾਰ ਕਹੇ ਜੀ ਮੈਂ ਜਾ ਕੇ ਲਿਆਉਣਾ ਪਿੰਡ ਵਿੱਚੋਂ, ਮੈਨੂੰ ਭੁੱਖ ਨੇ ਬਹੁਤ ਤੰਗ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਕਹਿੰਦੇ ਨਗਰ ਵਿੱਚ ਜਾ ਕੇ ਵੇਖਣ ਦੀ ਆਗਿਆ ਦੇ ਦਿੱਤੀ, ਇਜਾਜ਼ਤ ਦੇ ਦਿੱਤੀ। ਮਰਦਾਨਾ ਨਗਰ ਵਿੱਚ ਗਿਆ, ਪੁੱਛਦਾ ਵੀ ਇਹ ਰੌਣਕ ਮੇਲਾ ਕਾਹਦਾ ਲੱਗਿਆ ਭਾਈ? ਤੋ ਵਣਜਾਰੇ ਲੋਕ ਕਹਿਣ ਲੱਗੇ ਸਾਡੇ ਰਾਜੇ ਦੇ ਘਰ ਪੁੱਤਰ ਪੈਦਾ ਹੋਇਆ ਹੈ, ਉਹਦੇ ਜਨਮ ਦੀ ਖੁਸ਼ੀ ਵਿੱਚ ਵਧਾਈ ਵੰਡੀ ਜਾ ਰਹੀ ਹੈ। ਉਹ 2.5 ਸੇਰ ਮਠਿਆਈ ਸਾਰਿਆਂ ਨੂੰ ਦਿੰਦਾ, ਤੂੰ ਵੀ ਲੈ ਜਾ। ਜਦੋਂ ਕਹਿੰਦੇ ਮਰਦਾਨਾ ਗਿਆ ਉਹਨਾਂ ਕੋਲ, ਉਹਨਾਂ ਨੇ ਮਰਦਾਨੇ ਨੂੰ ਵੀ 2.5 ਸੇਰ ਮਠਿਆਈ ਦੇ ਦਿੱਤੀ। ਮਰਦਾਨਾ ਕਹਿੰਦਾ ਮੇਰੇ 2 ਸਾਥੀ ਹੋਰ ਵੀ ਆ, ਉਹਨਾਂ ਨੇ 5 ਸੇਰ ਮਠਿਆਈ ਹੋਰ ਦੇ ਦਿੱਤੀ। ਇਸ ਤਰ੍ਹਾਂ 7.5 ਸੇਰ ਮਠਿਆਈ ਲੈ ਕੇ ਭਾਈ ਮਰਦਾਨਾ ਗਠੜੀ ਬੰਨ੍ਹ ਕੇ ਸਿਰ ਤੇ ਰੱਖ ਕੇ ਪਿੰਡੋਂ ਬਾਹਰ ਆਇਆ ਤੇ ਗੁਰੂ ਨਾਨਕ ਦੇਵ ਜੀ ਕੋਲ ਪਹੁੰਚ ਗਿਆ। ਮਰਦਾਨੇ ਨੇ ਗਠੜੀ ਰੱਖਤੀ। ਬਾਬਾ ਜੀ ਕਹਿੰਦੇ ਇਹ ਕੀ ਲੈ ਕੇ ਆਇਆ? ਕਹਿੰਦਾ ਜੀ ਮਠਿਆਈ ਹੈ। ਬਾਬਾ ਜੀ ਕਹਿੰਦੇ ਮੈਂ ਤਾਂ ਖਾਣੀ ਨਹੀਂ, ਆਪਾਂ ਕਿਸੇ ਨੇ ਨਹੀਂ ਇਹ ਖਾਣੀ, ਜਾਂ ਮੋੜ ਕੇ ਆ ਉਹਨਾਂ ਦੀ। ਮਰਦਾਨਾ ਕਹਿੰਦਾ ਜੀ ਕਿਉਂ ਨਹੀਂ ਖਾਣੀ? ਬਾਬਾ ਜੀ ਕਹਿੰਦੇ ਮਠਿਆਈ ਆਪਣੇ ਵਾਸਤੇ ਜ਼ਹਿਰ ਹੈ, ਆਪਾਂ ਨਹੀਂ ਇਹ ਮਠਿਆਈ ਖਾਣੀ। ਮਰਦਾਨਾ ਕਹਿੰਦਾ ਜੀ ਮਠਿਆਈ ਵਾਪਸ ਮੋੜਨੀ ਤਾਂ ਬਦਸ਼ਗਨੀ ਹੋਵੇਗੀ, ਉਹ ਗੁੱਸਾ ਕਰ ਜਾਣਗੇ ਵੀ ਸਾਡੀ ਮਠਿਆਈ ਕਿਉਂ ਮੋੜ ਗਿਆ ਲਿਜਾ ਕੇ। ਬਾਬਾ ਜੀ ਕਹਿੰਦੇ ਕੁਛ ਹੋਵੇ ਤਾਂ ਉਹਨਾਂ ਨੂੰ ਮੋੜ ਕੇ ਆ। ਜਦੋਂ ਮਰਦਾਨਾ ਮੋੜ ਗਿਆ ਤੇ ਉਹ ਵਾਪਸ ਨਾ ਲੈਣ, ਕਹਿੰਦੇ ਨਾ ਭਾਈ ਅਸੀਂ ਖੁਸ਼ੀ ਦਿੱਤੀ ਹੈ, ਤੂੰ ਲੈ ਜਾ ਇਸ ਨੂੰ। ਮਰਦਾਨਾ ਕਹਿਣ ਲੱਗਿਆ ਵੀ ਮੇਰਾ ਮਾਲਕ ਹੈ ਜਿਹੜਾ, ਉਹ ਕਹਿੰਦਾ ਵੀ ਅਸੀਂ ਨਹੀਂ ਖਾਣੀਗੀ, ਤੁਸੀਂ ਆਪਦੀ ਰੱਖ ਲਓ। ਮੋੜ ਲਿਆਇਆ। ਬਾਬਾ ਜੀ ਕਹਿੰਦੇ ਕੀ ਗੱਲ ਮੋੜ ਕੇ ਨਹੀਂ ਆਇਆ? ਕਹਿੰਦੇ ਜੀ ਉਹ ਲੈਂਦੇ ਨਹੀਂ ਵਾਪਸ ਹੁਣ। ਬਾਬਾ ਜੀ ਕਹਿੰਦੇ ਮੋੜ ਕੇ ਆ ਇਸ ਨੂੰ। ਇਹ ਦੁਬਾਰਾ ਫਿਰ ਮੋੜਨ ਗਿਆ। ਮਰਦਾਨਾ ਕਹਿੰਦਾ ਜੀ ਤੁਸੀਂ ਕਿਉਂ ਨਹੀਂ ਖਾਂਦੇ ਇਸ ਮਠਿਆਈ ਨੂੰ? ਕਹਿੰਦੇ ਮਰਦਾਨੇ ਆ ਤੈਨੂੰ ਰੱਬੀ ਭੇਦ ਦੱਸਾਂ,
ये मठियाई इस करके अपने खाण वाली नहीं कि ये बच्चा जिहड़ा है अपना लेखा जोखा पूरा करन आया, ये अपना हिसाब किताब करन आया। इसने कल नूं मर जाना है। जद इस बच्चे की मौत हो गई तो यही खुशियां गमी विच बदल जानियां, गाने बजाने बंद हो जाणगे। ये मैं तैनूं दसदा, इस करके आपां ये मठियाई नहीं खानी। मरदाना गया बई अपनी मठियाई वापस लै लो, पर वो ना लैन ना ये उन्हां दे घर रख के मुड़िया आ। उही गल हुई, दूजे दिन वो बच्चा मर गया। लोकां ने बड़ियां वधाइयां दित्तियां, बड़ी माया दित्ती, बड़ी मठियाई वंडी गई। ते दूजे दिन जदों बच्चा मर गया फिर सारे रो रहे न। भाई मरदाने नूं बाबा जी ने पहला दसता सी कि ये बच्चा तो आपदा हिसाब किताब करन आया जी, तो लैना उन्हां तो लैके ते इहने कल नूं मर जाना। उही गल हुई, मर गया ते वो सारी दुनिया रोन लगी, सारे लोग रोन लगे। फिर किसी ने कहा यार वो 3-4 फकीर बैठे न बाहर, 3-4 दिनों तो भुखे बैठे हैं, किते अपने सारे नगर ते इस गल का भार तां नहीं पै गया भी आपां उन्हां नूं कुछ छकाया नहीं। तो वो लोग जिहड़े सन उस मरे हुए बच्चे नूं लैके बाबे नानक दे कोल आ गए ते रोन लगे, चरनां विच पा दिता। बेनती कीती, पातशाह किरपा करो, साडे मसां मसां पुत्र पैदा होया सी, इहनूं जिउंदा कर दिओ। तुसीं तां रब दे प्यारे हो, सोडी तां रब भी सुणदा है। उस बच्चे का पिता ते उहदा चाचा जिहड़े बहुत ही रो रहे सन। जिहड़े कल बड़ियां खुशियां मना रहे सी शराब मास दे नाल बच्चे दे जन्म दे, रब याद नहीं सी जिन्हां नूं अज वो धन गुरु नानक देव जी दे चरनां विच पै के बेनतियां करदे आ, महाराज बख्श लो, साथों गलती हो गई, तुहानूं जल पानी नहीं पुछिया, असीं आके असीं बच्चे दे जन्म की खुशी विच ही मस्त हो गए। हुण किरपा कर दिओ, सानू कलयुगी जीवां नूं उपदेश दे के तारन वाले तुसीं हो। मसां मसां साडी जड़ लगी सी, ये मर गए, महाराज कर दिओ किरपा, बच्चे नूं जीवन दान दे दिओ। तो उस वेले फिर धन गुरु नानक देव जी दया दे घर च आए। कहंदे भाई मरदाने नूं कहंदे, मरदानिया रबाब बजा। जद मरदाने ने सुर विच करके रबाब नूं वजाउणा शुरू कीता ते लोकां नूं कहा रोण तो चुप हो जाओ। हुण मन विच शरधा बनी। निरंकार दे स्वरूप धन धन श्री गुरु नानक देव जी महाराज शब्द गाउण लगे। लोकां नूं आस होई कि हुण इह महापुरुष जरूर साडे बच्चे नूं जिउंदा कर देणगे। तां शब्द उचारिया, ये जो आप जी ने सरवण कीता, ये शब्द ही उथानका है। धन गुरु नानक देव जी शब्द गाउण लगे। एक ओंकार सतगुर प्रसाद, श्री राग महला पहला घर पहला। श्री राग महला पहला, पहरे घर पहला। पहरियां का मतलब है कि जिमें जिंदगी दे 4 पहर है, जिमें दिन दे 4 पहर है, रात दे 4 पहर है, इस तरह साडी जिंदगी भी 4 पहरां दे विच बतीत हो जाती आ। सतगुरु पातशाह जी शब्द गाउंदे हन ते भाई मरदाना रबाब बजाउंदे है। पहले पहरे रैन कै बन जारिया मित्रा, हुक्म भया घर बहास।
ਉਹ ਵਣਜਾਰਿਆਂ ਮਿੱਤਰਾ, ਸੰਬੋਧਨ ਵਣਜਾਰਿਆਂ ਨੂੰ ਕੀਤਾ ਹੈ, ਪਰ ਆਪਾਂ ਸਾਰੇ ਵੀ ਵਣਜਾਰੇ ਹਾਂ। ਔਰ ਸਾਨੂੰ ਹੁਕਮ ਕੀਤਾ ਹੈ, ਵਣਜ ਕਰੋ ਵਣਜਾਰਿਓ, ਵਖਰ ਲਹੋ ਸੰਭਾਲ। ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭ ਹੈ ਨਾਲ। ਅੱਗੇ ਸ਼ਾਹੋ ਸੁਜਾਨ ਹੈ, ਲੈਸੀ ਵਸਤ ਸੰਭਾਲ। ਅੱਗੇ ਸ਼ਾਹੋ ਪਰਮੇਸ਼ਰ ਬੜਾ ਸਿਆਣਾ ਹੈ, ਉਹ ਸਾਨੂੰ ਪੁੱਛੇਗਾ ਵੀ ਲਿਆਓ ਕੀ ਲੈ ਕੇ ਆਏ ਹੋ। ਤੋ ਪਾਤਸ਼ਾਹ ਜੀ ਇੱਥੇ ਜੀਵ ਨੂੰ ਵਣਜਾਰਾ ਕਹਿੰਦੇ ਹਨ। ਉਹਨਾਂ ਵਣਜਾਰਿਆਂ ਨੂੰ ਸੰਬੋਧਨ ਕਰਕੇ ਗਾਉਂਦੇ ਹਨ, ਉਹ ਵਣਜਾਰਿਆਂ ਮਿੱਤਰਾ, ਪਹਿਲੇ ਪਹਿਰੇ ਤੂੰ ਮਾਂ ਦੇ ਗਰਭ ਵਿੱਚ ਆਇਆ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆਂ ਮਿੱਤਰਾ, ਹੁਕਮ ਪਿਆ ਗਰਭਾਸ। ਕਹਿੰਦੇ ਭਲਿਆ ਤੂੰ ਉੱਥੇ ਬੜੀਆਂ ਸਿਫਤਾਂ ਕਰਦਾ ਸੀ, ਰੱਬ ਦੀਆਂ ਬੰਦਗੀ ਕਰਦਾ ਸੀ, ਉਰਦ ਤਪ ਅੰਤਰ ਕਰੇ ਤਪੱਸਿਆ ਕਰਦਾ ਸੀ। ਵਣਜਾਰਿਆ ਮਿੱਤਰਾ, ਓਏ ਵਣਜਾਰਿਆ, ਓਏ ਜੀਵ, ਉੱਥੇ ਬੜੀਆਂ ਮਿੰਨਤਾਂ ਕਰਦਾ ਸੀ, ਖਸਮ ਸੇਤੀ ਅਰਦਾਸ ਮਾਲਕ ਦੇ ਅੱਗੇ ਅਰਦਾਸਾਂ ਕਰਦਾ ਸੀ। ਕਾਹਦੇ ਵਾਸਤੇ? ਬਈ ਮੈਨੂੰ ਇੱਥੋਂ ਕੁੰਭੀ ਨਰਕ ਚੋਂ ਕੱਢੋ। ਪੁੱਠਾ ਲਮਕਦਾ ਸੀਗਾ, ਸਿਰ ਤਲੇ ਪੈਰ ਹੀ ਉੱਪਰ ਹੈ। ਬਸੰਦੋ ਕੋਹਥੜੇ ਥਾਏ, ਸੋ ਧਣੀ ਕਿਉਂ ਵਿਸਾਰਿਓ, ਉਧਰੇ ਜਿਸਦੇ ਨਾਏ। ਉਸ ਮਾਲਕ ਨੂੰ ਹੁਣ ਕਿਉਂ ਵਿਸਾਰਿਆ ਜਿਹਦੇ ਨਾਮ ਜਪਣ ਕਰਕੇ ਤੇਰਾ ਉਧਾਰ ਹੋਣਾ। ਕਿਉਂਕਿ ਇਹਨਾਂ ਵਣਜਾਰਿਆਂ ਨੇ ਵੀ ਜਦ ਬੱਚਾ ਜਨਮ ਹੋਇਆ, ਰੱਬ ਦਾ ਸ਼ੁਕਰੀਆ ਕਰਨ ਦੀ ਬਜਾਏ ਮਾਸ ਮਿੱਟੀ ਸ਼ਰਾਬਾਂ ਪੀਣੀਆਂ ਸ਼ੁਰੂ ਕੀਤੀਆਂ, ਗਾਉਣਾ ਵਜਾਉਣਾ ਸ਼ੁਰੂ ਕੀਤਾ, ਰੱਬ ਭੁੱਲ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੋਏ ਵਣਜਾਰਿਆ ਮਿੱਤਰਾ, ਓਏ ਜੀਵ, ਤੂੰ ਮਾਂ ਦੇ ਗਰਭ ਦੇ ਵਿੱਚ ਕਿੰਨੀਆਂ ਮਿੰਨਤਾਂ ਕਰਦਾ ਸੀ, ਪੁੱਠਾ ਲਮਕਦਾ ਹੋਇਆ। ਖਸਮ ਸੇਤੀ ਅਰਦਾਸ ਵਖਾਣਾ, ਉਰਦ ਧਿਆਨ ਪੁੱਠਾ ਸੀਗਾ। ਲਿਵ ਲਾਗਾ ਰੱਬ ਨਾਲ ਜੁੜਿਆ ਹੋਇਆ ਸੀ। ਮਾਤ ਗਰਭ ਹੈ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਉਰਦ ਧਿਆਨ ਲਿਵ ਲਾਗਾ। ਫਿਰ ਇਹਦਾ ਜਨਮ ਹੋਇਆ, ਨਾਮਰਜਾਦ ਆਇਆ ਕਲ ਭੀਤਰ। ਕਲਯੁਗ ਦੇ ਵਿੱਚ ਮਾਨਸ ਜਾਮਾ ਮਿਲਿਆ, ਤੈਨੂੰ ਜਨਮ ਮਿਲਿਆ, ਮਨੁੱਖਾ ਜਾਮਾ ਮਿਲਿਆ, ਪਰ ਮਰਜ਼ਾਦਾ ਤੋਂ ਬਗੈਰ ਹੀ ਜੀਵਨ ਲੰਘਾ ਰਿਹਾ। ਨਾਮਰਜ਼ਾਦ, ਤੈਨੂੰ ਮਰਜ਼ਾਦਾ ਭੁੱਲ ਗਈ ਹੈ ਰੱਬ ਦੀ, ਰੱਬ ਦਾ ਸ਼ੁਕਰੀਆ ਕਰਨਾ ਭੁੱਲ ਗਿਆ। ਜਿਵੇਂ ਵਣਜਾਰਿਆਂ ਨੇ ਰੱਬ ਨੂੰ ਯਾਦ ਹੀ ਨਹੀਂ ਕੀਤਾ, ਬੱਚਾ ਪੈਦਾ ਕਾਹਦਾ ਹੋ ਗਿਆ। ਪਤਾ ਨਹੀਂ ਕਿਤਨੇ ਬੱਚੇ ਜਾਨਵਰਾਂ ਦੇ ਵੱਢ ਵੱਢ ਕੇ ਖਵਾ ਦਿੱਤੇ ਲੋਕਾਂ ਨੂੰ ਖੁਸ਼ੀ ਵਿੱਚ। ਮਾਂ ਸ਼ਰਾਬ ਵਰਤੀ, ਉੱਥੇ ਰੱਬ ਯਾਦ ਨਹੀਂ ਸੀ ਇਹਨਾਂ ਲੋਕਾਂ ਦੇ। ਤਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਭਲਿਆ ਨਾ ਮਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਂਗਾ। ਜੀਵਨ ਬਤੀਤ ਕਰਦਾ ਹੋਇਆ ਬੇਮਰਜ਼ਾਦਿਆ ਤੂੰ ਨੰਗਾ ਹੀ ਮਰ ਜਾਏਗਾ, ਭਾਵ ਨਾਲ ਕੁਛ ਨਹੀਂ ਜਾਣਾ। ਨਾਂਗੋ ਆਇਆ ਨਾਂਗੋ ਜਾਸੀ, ਪਰ ਜਿਹੜਾ ਤੇਰੇ ਨਾਲ ਸਵਾਸਾਂ ਦਾ ਖਜ਼ਾਨਾ ਆਇਆ, ਇਸ ਤੋਂ ਲਾਹਾ ਖੱਟ ਲੈ, ਨਹੀਂ ਤਾਂ ਫਿਰ ਸੰਸਾਰ ਚੋਂ ਖਾਲੀ ਹੱਥ ਜਾਵੇਂਗਾ। ਨਾ ਮਰਜ਼ਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਂਗਾ। ਜੈਸੀ ਕਲਮ ਬੁੜੀ ਹੈ ਮਸਤਕ, ਉਸ ਪਰਮੇਸ਼ਰ ਦੀ ਚਲਾਈ ਹੋਈ ਕਲਮ ਜੀਵ ਦੇ ਭਾਗਾਂ ਦੀ ਜਿਹੋ ਜੀ ਚੱਲੀ ਹੈ, ਉਹੇ ਜੇ ਭੋਗਦਾ ਰਹਿੰਦਾ ਫਲ। ਭਾਵ ਜੋ ਪਰਮਾਤਮਾ ਨੇ ਲੇਖਾ ਲਿਖਿਆ ਜੀਵ ਦੇ ਅੰਦਰ, ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਇਹਨੂੰ ਜ਼ਿੰਦਗੀ ਵਿੱਚ ਮਿਲਣਾ ਹੈ, ਉਹ ਸਭ ਕੁਝ ਇੱਕੋ ਵਾਰੀ ਲਿਖ ਕੇ ਦੇ ਦਿੱਤਾ ਹੈ। ਜੈਸੀ ਕਲਮ ਬੁੜੀ ਹੈ ਮਸਤਕ, ਇਹਦੇ ਮੱਥੇ ਦੇ ਲੇਖ
जैसी कलम चली है परमेश्वर दी, तैसी जी अड़े पास ओहे जी भोगदा रहिंदा। देखते आपां कोई तो जन्म लैण तो पहले ही मर जाते हैं, जिवें डॉक्टर बहाना बन जाते हैं। लोग चैपकअप करा के भी ये तो लड़की है जी, इनू मार दिओ, सानू लोड़ नहीं है। ये भी उहदे कर्म है। दूजे जन्म लैके बचपन विच मर जाते हैं, कोई जवानी विच मर जाता है, कोई पक्की उम्र च, कोई बुढ़ापे विच मरदा है। ये चार पहर जिंदगी दे सतगुरां ने बख्शिश कीते मनुख नूं समझाउंदियां होइयां, भलिया तू बेमर्यादा होके जीवन बतीत कर रहे हैं, गुरमत अनुसार चल, नहीं तो दुनिया विचों खाली हथ जावेगा, कुछ खट ले। भई प्राप्त मानुख दे हुरिया, गोबिंद मिलन की एहो तेरी बरिया। अवर काज तेरा कितै न काम, मिल साध संगत भज केवल नाम। सरंजाम लाग भवजल तरन कै, जन्म बृथा जात रंग माया कै। सतगुरु पातशाह जी बख्शिश करते हैं, ना मर्याद आया कल भीतर, बहुड़ जासी नांगा। जैसी कलम बुड़ी है मस्तक, तैसी जी अड़े पास। कहो नानक प्राणी पहले पहरै, हुक्म भया गरबास। हे प्राणी पहला पहर भाव, पहला मनुख जीव आत्मा माता दे गर्भ विच आई, उहदे हुक्म दे अंदर ये पहला पहर है जीव दा। जदों ये 9 महीने माता दे उदर विच बतीत करदा, इहदा पहला पहर है। जदों इस तरह धन गुरु नानक देव जी ने यह पदा शब्द गाया, ते गुरु प्यारिओ गाउंदे गाउंदे किरपा कीती ते वो बच्चा जिहड़ा सीगा जिउंदा भी हो गया। को सतनाम श्री मारे बख्शिश कीती। जदों उन्होंने आके बेनतियां कीतियां, शरण विच आए बनजारे, सतगुरां ने किरपा कीती, शब्द गाया ते वो बच्चा जिउंदा हो गया। सारियां ने शुक्र किया, खुशी मनाई, पर नाल एक शर्त रखी पातशाह जी ने कि परमेश्वर का नाम जपो, मां शराब बंद करो, परमेश्वर का शुक्रिया करना चाहिए इहो जे कारज वेले। एक साखी याद आई, धन गुरु अंगद दे महाराज जी अपने पिछले पिंड जा रहे न, ते रस्ते दे विच सतगुरां नूं एक सिख टकरे आ, जिहड़ा बाबे नानक तो गुरु घर दा सिख सी। ते गुरु प्यारिओ शायद वो दर्जी सी, छेंबा सी, और उन्होंने घर भी पुत्र होया सी। ते इधरों धन गुरु अंगद देव जी जा रहे न संगतां समेत अपने खडूर साहिब तो पिछले पिंड, जो माझे दे इलाके च पैंदा है। ते उधरों गुरु प्यारिओ वो सिख जो पहला तो सिख तां बाबे नानक दा सी, पर हजे लोगों ने विच पुराने कर्मकांड रीति रिवाज चल रहे हैं, उदों भी चल रहे सी। कहते इन्हां ने जदों रस्ते विच मिलना कीता ते सतगुरु अंगद देव जी ने की देखिया कि उस मनुख ने अगे बेअंत बकरियां दे बच्चे लाए हुए, बकरे लाए हुए ने, बकरे लई जांदा है, हकी जांदा उन्हां नूं। धन गुरु अंगद दे महाराज जी कहंदे ओ सिखा ये किधर लई जाना? वो कहन लगे महाराज मेरे पुत्र दी छठी आ। छठी वो की हुंदा है? कहंदा जी मेरे घर पुत्र पैदा होया है ते मैं लोकां नूं पार्टी करनी आ, अज छठी आ बच्चे दी, खुशी मनाउणी है, लोगों ने इकट्ठे होना साडे घर, उन्होंने लंगर प्रशादा छकाउणा है ते उहदे विच बकरे सारे वढ के उन्होंने छकाउणे है। धन गुरु अंगद दे महाराज कहंदे भलिया मानसा, रब ने कृपा कीती तैनूं पुत्र दिता,
ਤੇ ਤੂੰ ਜੀਵਾਂ ਦੇ ਇੰਨੇ ਬੱਚੇ ਮਾਰ ਕੇ ਇਹ ਰੱਬ ਦਾ ਸ਼ੁਕਰੀਆ ਕਰਦਾ ਕਿ ਉਹਦਾ ਮੂੰਹ ਚੜਾਉਣਾ ਹੈ ਬਈ ਤੂੰ ਮੈਨੂੰ ਪੁੱਤਰ ਦਿੱਤਾ, ਮੈਂ ਤੇਰੇ ਇੰਨੇ ਜੀਵ ਮਾਰਾਂਗਾ। ਕਹੋ ਸਤਨਾਮ ਸ੍ਰੀ। ਤਾਂ ਉਹ ਸਿੱਖ ਜਿਹੜਾ ਸੀਗਾ ਹੱਥ ਬੰਨ੍ਹ ਖੜੇ ਆ, ਮਹਾਰਾਜ ਜੀ ਫਿਰ ਸਾਰੀ ਐਂ ਚੱਲਦਾ, ਕੀ ਕਰੀਏ, ਕਰਨਾ ਕੀ ਹੈ, ਬਦਲਣਾ ਪੈਣਾ। ਇਹ ਗਲਤ ਹੈ। ਜੇ ਤੇਰੇ ਘਰ ਪਰਮੇਸ਼ਰ ਨੇ ਪੁੱਤਰ ਬਖਸ਼ਿਆ ਤੇ ਉਹਦਾ ਸ਼ੁਕਰੀਆ ਕਰੀਦਾ ਹੁੰਦਾ, ਨਾ ਕਿ ਉਸ ਦਾ ਮੂੰਹ ਚੜਾਈਦਾ। ਤੂੰ ਇੰਨੇ ਜੀਵਾਂ ਦੇ ਬੱਚੇ ਮਾਰੇਗਾ, ਉਹਦੇ ਬੱਚੇ, ਇਹ ਵੀ ਉਹਦੇ ਬੱਚੇ ਹਨ। ਜੇ ਮਨੁੱਖ ਉਹਦਾ ਬੱਚਾ ਹੈ, ਸਾਰੀ 84 ਲੱਖ ਜਨਤਾ ਉਸੇ ਦਾ ਬੱਚਾ ਹੈ। ਕਹਿਣ ਲੱਗਿਆ ਜੀ ਫਿਰ ਮੈਂ ਕੀ ਕਰਾਂ? ਕਹਿੰਦੇ ਛੱਡ ਦੇ ਇਹਨਾਂ ਨੂੰ, ਜਾਣ ਦੇ ਜਿੱਧਰ ਜਾਂਦੇ ਆ। ਤੈਨੂੰ ਮੈਂ ਦੱਸਦਾ ਛਟੀ ਸਿੱਖ ਨੇ ਕਿਵੇਂ ਕਰਨੀ ਆ। ਭਾ ਬੱਚੇ ਦੀ ਜੇ ਜਨਮ ਦਿਨ ਹੈ ਤੇ ਖੁਸ਼ੀ ਕਿਵੇਂ ਮਨਾਉਣੀ ਆ। ਆਪਣੇ ਰਿਸ਼ਤੇਦਾਰਾਂ ਨੂੰ ਕਹਿ ਦੇਈ ਕਿ ਇਹ ਖੁਸ਼ੀ ਆਪਾਂ ਗੁਰੂ ਘਰ ਵਿੱਚ ਚੱਲ ਕੇ ਸਾਂਝੀ ਕਰਾਂਗੇ, ਸਾਰੇ ਉੱਥੇ ਆ ਜਿਓ, ਉੱਥੇ ਕੀਰਤਨ ਕਰਾਂਗੇ, ਸ਼ੁਕਰੀਆ ਕਰਾਂਗੇ ਪਰਮੇਸ਼ਰ ਦਾ, ਲੰਗਰ ਵੀ ਚਲਾਵਾਂਗੇ, ਕੜਾ ਪ੍ਰਸ਼ਾਦ ਵਰਤਾਵਾਂਗੇ, ਪਰ ਇਹ ਮਾਸ ਨਹੀਂ ਖਵਾਉਣਾ ਮਾਰ ਕੇ ਉਹਨਾਂ ਨੂੰ। ਤਾਂ ਉਹਦੇ ਕੋਲੋਂ ਸਾਰੇ ਬੱਕਰੇ ਜਿਹੜੇ ਸਾਨੂੰ ਛੁਡਵਾ ਦਿੱਤੇ ਗਏ। ਫਿਰ ਉਸਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਬਈ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਇਸ ਕਰਕੇ ਅਸੀਂ ਉਸ ਰੀਤੀ ਰਿਵਾਜ ਨਾਲ ਨਹੀਂ ਮਨਾਉਂਦਾ ਦਿਨ ਹੁਣ ਜਿਹਦੇ ਨਾਲ ਦੁਨੀਆ ਮਨਾਉਂਦੀ ਆ। ਸਾਰਿਆਂ ਨੇ ਖਡੂਰ ਸਾਹਿਬ ਆਉਣਾ ਗੁਰੂ ਘਰ ਦੇ ਵਿੱਚ, ਆਪਾਂ ਉੱਥੇ ਹੀ ਜਨਮ ਦਿਨ ਮਨਾਵਾਂਗੇ ਬੱਚੇ ਦਾ। ਤੋ ਜਿਨ੍ਹਾਂ ਨੂੰ ਚੰਗਾ ਲੱਗਿਆ ਉਹ ਪਹੁੰਚ ਗਏ, ਜਿਨ੍ਹਾਂ ਨੇ ਖਾਣਾ ਪੀਣਾ ਸੀ ਉਹ ਨਹੀਂ ਆਏ ਭਾਈ। ਜੇ ਨਹੀਂ ਆਏ ਨਾ ਸਹੀ, ਪਰ ਅਸੀਂ ਗੁਰੂ ਦੀ ਮਰਜ਼ਾਦਾ ਤੋਂ ਉਲਟ ਨਹੀਂ ਜਾਣਾ, ਨਾ ਮਰਜ਼ਾਦ ਨਹੀਂ ਵਰਤਣਾ। ਨਾ ਮਰਜ਼ਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਗਾ। ਦੁਨੀਆ ਬੇਮਰਜ਼ਾਦੀ ਹੋਈ ਆ, ਬੇਮੁਹਾਰੀ ਹੋਈ ਆ, ਬੇਲਗਾਮੀ ਹੈ, ਕੰਟਰੋਲ ਨਹੀਂ ਹੈ। ਤੱਗ ਟੁੱਟ ਗਿਆ, ਤੱਗ ਨਾ ਜੇਵਾ, ਤੱਗ ਨਾ ਅੱਖੀ, ਨਾ ਮੂੰਹ ਤੇ ਕੰਟਰੋਲ, ਨਾ ਅੱਖਾਂ ਤੇ ਕੰਟਰੋਲ, ਨਾ ਕੰਨਾਂ ਤੇ ਕੰਟਰੋਲ। ਤੱਗ ਨਾ ਪੈਰੀ, ਤੱਗ ਨਾ ਹੱਥੀ, ਤੱਗ ਨਾ ਜੇਵਾ, ਤੱਗ ਨਾ ਅੱਖੀ। ਬੇਤੱਗਾ ਆਪੇ ਵਟੈ ਵਟ ਧਾਗੇ, ਅਵਰਾਂ ਘੱਤੈ ਲੈ ਪਹਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਓ। ਉਹ ਗੱਲ ਹੋਈ ਆ। ਤੇ ਫਿਰ ਉਹਨਾਂ ਦਾ ਜਿਹੜਾ ਸੀਗਾ ਬੱਚੇ ਦਾ ਛਟੀ ਵਗੈਰਾ ਜੋ ਜਨਮ ਦਿਨ ਮਨਾਉਣਾ ਸੀ ਬੱਚੇ ਦੀ ਖੁਸ਼ੀ, ਫਿਰ ਗੁਰੂ ਘਰ ਦੇ ਵੀ ਜਾ ਕੇ ਮਨਾਈ ਗਈ। ਅੱਜ ਵੀ ਉਹ ਸਿਖਾਇਆ ਜਾਂਦਾ। ਧੰਨ ਗੁਰੂ ਨਾਨਕ ਦੇਵ ਜੀ ਵਣਜਾਰਿਆਂ ਨੂੰ ਕਹਿੰਦੇ ਹੋ ਬੇਮਰਜ਼ਾਦੇ ਹੋ। ਨਾ ਮਰਜ਼ਾਦੇ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ। ਜੇ ਤੁਸੀਂ ਗੁਰਮਤਿ ਅਨੁਸਾਰ ਨਹੀਂ ਚੱਲੋਗੇ, ਪਰਮੇਸ਼ਰ ਦੇ ਹੁਕਮ ਅੰਦਰ ਨਹੀਂ ਚੱਲੋਗੇ, ਤੇ ਦੁਨੀਆ ਚੋਂ ਕੀ ਖੱਟ ਕੇ ਲਿਜਾਓਗੇ? ਖਾਲੀ ਹੱਥ ਜਾਓਗੇ। ਫਿਰ ਮੁੜ ਕੇ ਇਹੀ ਕਹਿੰਦੇ ਆ ਭਾਈ ਭਾਗਾਂ 'ਚ ਇਹੀ ਲਿਖਿਆ ਹੋਣਾ, ਇਹ ਬੱਚੇ ਦੀ ਇੰਨੀ ਕੀ ਉਮਰ ਹੋਣੀ ਆ, ਪਰ ਅਸਲ ਵਿੱਚ ਸਾਡੀਆਂ ਗਲਤੀਆਂ ਦਾ ਇਹ ਫਲ ਹੁੰਦਾ। ਤੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ, ਪਹਿਲੇ ਪਹਿਰੇ ਹੁਕਮ ਭਇਆ ਗਰਭਾਸ। ਜਦੋਂ ਇਹ ਸ਼ਬਦ ਉਚਾਰਿਆ ਸਤਿਗੁਰਾਂ ਨੇ, ਤੇ ਕਹਿੰਦੇ ਉਹ ਬੱਚਾ ਜਿਉਂਦਾ ਹੋ ਗਿਆ ਉਹਨਾਂ ਦਾ, ਵਣਜਾਰਿਆਂ ਦਾ, ਔਰ ਉਹਨਾਂ ਨੂੰ ਪਰਮੇਸ਼ਰ ਨਾਲ ਵੀ ਜੋੜਿਆ। ਇੱਥੋਂ ਫਿਰ ਵਣਜਾਰਿਆਂ ਦੇ ਵੀ ਸਿੱਖੀ ਪੈਦਾ ਹੋਈ। ਜਿਵੇਂ ਮੱਖਣ ਸ਼ਾਹ ਲੁਬਾਣਾ, ਦਿੱਲੀ ਵਾਲੇ ਵਣਜਾਰੇ ਜਿਨ੍ਹਾਂ ਨੇ 9ਵੇਂ ਪਾਤਸ਼ਾਹ ਜੀ ਦੇ ਸਰੀਰ ਦੀ ਸੰਭਾਲ ਕੀਤੀ, ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਇਹਨਾਂ ਵਣਜਾਰਿਆਂ ਦੇ ਵਿੱਚ ਫਿਰ ਸਿੱਖੀ ਆ ਗਈ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ। ਇਹਨਾਂ ਦਾ ਸੰਬੰਧ ਜਿਹੜਾ ਸੀਗਾ ਗੁਰੂ ਘਰ ਦੇ ਨਾਲ ਬਣ ਗਿਆ। ਗੁਰਮਤਿ ਵਾਲਾ ਪਹਿਰਾਵਾ ਇਹਨਾਂ ਨੂੰ ਫਿਰ ਦੇਣਾ ਸ਼ੁਰੂ ਕੀਤਾ। ਸਤਿਗੁਰਾਂ ਨੇ ਕਿਰਪਾ ਕੀਤੀ। ਇਹਨਾਂ ਵਣਜਾਰਿਆਂ ਦੀਆਂ ਇਸਤਰੀਆਂ ਗੱਡਿਆਂ ਵਾਲੀਆਂ ਦੀਆਂ ਗੁਰੂ ਪਿਆਰਿਓ ਇਹਨਾਂ ਦਾ ਬਾਣਾ ਹੁੰਦਾ ਸੀਗਾ, ਵੱਡੇ ਵੱਡੇ ਘੱਗਰੇ ਪਾਉਣੇ। तो पातशाह जी ने फिर इन्हां दा लिबास भी गुरसिੱਖੀ वाला किया। पंजवें पातशाह के समय
महापुरुषों ने इन्हां नूं दस्सिया, जिहड़े कि इन्हां दे इलाके विच प्रचार करते सन। टांडे दे इलाके च संत प्रेम सिंह जी बराले वाले, उन्होंने 1964 दे विच बड़ा प्रचार किया सिੱਖੀ ਦਾ। इन्हां बंजारियां दे कोल भी गए तो इन्हां नूं सिੱਖੀ बारे दस्सिया भी तुहाडे जिहड़े पुराने बजुर्ग है ना, इस तरह गुरु नानक दे घर दे सिख सन और तुसी भी सिੱਖੀ दे विच आओ। तो फिर उन्हां 10,000 प्राणियां नूं उत्थे संतां ने अमृत छका के गुरु नाल जोड़िया और दस्सिया गुरु नानक जी ने तुहाडे बजुर्गां नूं जीवन दान दिता सी। जिहड़ा बच्चा मरिया जिउंदा कीता सी वो इन्हां दा बजुर्ग सीगा, बंजारियां दा वड्डा। और उस वेले तो ही तुहाडा गुरु घर नाल संबंध है। सिੱਖੀ दे विच आ जाओ, तुहाडे विचों ही मक्खन शाह लबाना जिहड़ा होया वो भी तुहाडा ही आ, जिसने 9वें पातशाह जी नूं बाबे बकाले विच ज़ाहर कीता सी, प्रगट कीता सी। लखी शाह बंजारा जिहड़ा दिल्ली दा रहण वाला सीगा, दिल्ली दे विच गड्डियां नाल भार ढोंदा सी, जिहदा कोई सैकड़े गड्ढा चलदा सी दिल्ली दे विच। जिवें अजकल लोग गड्डियां पा लेंदे आ, टैंपू पा लेंदे आ, ट्रक पा लेंदे आ, उदों गड्ढे चलदे सन, गड्ढे पा लेंदे सी। ते लखी शाह बंजारे दे सैकड़े गड्ढे दिल्ली विच चलदे सन। तां लखी शाह बंजारा ये भी इन्हां विचों सी जिसने 9वें पातशाह जी दे शरीर की संभाल की। तो इस तरह गुरु प्यारे हो, ये शब्द जो आपां सरवण कीता पहरियां दे रूप दे विच, पहले पहरे रहन के बंजारिया मित्रा हुक्म पिया गुरबास। ये जम्मू दे विच पिंड टांडा है, ते टांडे दे विच बाबे नानक जी ने ये शब्द उचारिया सी। दूसरे पदे विच कहंदे हन, दूजे पहरे रहन कै बंजारिया मित्रा विसर गया ध्यान। जदों बच्चा पैदा होया बंजारियां दे घर च, ते बंजारियां नूं रब दा ध्यान ही विछड़ गया। हथों हथ नचाईए बंजारिया मित्रा, माँ प्यो रिश्तेदार साख संबंधी बड़े खुश होए। सारे बार बार बच्चे नूं चकदे आ, बधाइयां दिंदे आ, वडियाइयां करदे आ, सिफतां करदे आ, पर उन्हां नूं रब भुलिया होया सी। ज्यों जसदा कर कान, जिवें जशोदा दे घर विच कृष्ण पैदा होए। हथों हथ नचाईए प्राणी, मात कहे सुत मेरा, माँ कहदी मेरा पुत्र मेरा पुत्र। पर रब चेते नहीं, ना तो पुत्र दे याद है ते ना ही माँ दे याद है, क्योंकि पुत्र नूं भी भुला दिता। जां तिस भाना तां जम्मिया परिवार भला भाया, लिव छुड़की लगी तृष्णा माया, अमर वरताया। पुत्र भी भुल गया, बच्चा भी भुल गया, ओदा भी ध्यान टुट गया। जिहड़ा ध्यान ओदा माँ दे गर्भ दे विच बैठे दा रब नाल जुड़िया सी, वो भी टुट गया, ते माँ प्यो दा भी टुट गया। हथों हथ नचाईए प्राणी, मात कहे सुत मेरा। चेत अचेत मूड मन मेरे, अंत नहीं कछ तेरा। ओए अचेत मन तू चेतिया कर। अचेत हुंदा गाफल होना, भुल जाना। अचेत मन मेरिया, अंत नूं तेरा कुछ भी नहीं है, इस सब इत्थे ही रह जाना। जिन रच रचिया तिसै न जाने, मन पीतर धर ज्ञान। सोच मन दे विच जिने तैनू रचिया उहदे बारे जानदा ही नहीं, तू उस नूं भुल चुके है। मन दे अंदर ज्ञान कर, भाव सोच अपने आप नूं, तू कौन है, कित्थों आया। कहो नानक प्राणी दूजे पहरै, विसर गया ध्यान। इस तरह मनुख दा जन्म लैण तो बाद परमेश्वर नालों ध्यान टुट गया। बचपन दे विच तां फिर रब भुल जांदा बच्चे नूं, बच्चे दी याद चेते नहीं हुंदा, क्योंकि जन्म लेंदे सानू पिछला सब कुछ भुल जाता है। इस तरह बच्चे नूं भुल गया, माँ प्यो नूं भी भुल गया। फिर अगे पातशाह जी अगले पदियां विच की बख्शिश करते हैं, ये आपां कल दे दीवाना भी सरवण करांगे। हुण विचारा इत्थे रोकदे आ, बोलदियां ने का अखर बाद घट हो जाते। सिख संगतां ते सतगुरु बख्शण योग है, बख्श लैना जी। समाप्ति करिए। मिलाओ फतेह पाओ फतेह। वाहिगुरू जी का खालसा
वाहिगुरु जी की फतेह। वाहिगुरु वाह